ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇਖ ਰਹੀ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਦਾ ਸਵਾਗਤ ਹੈ। ਪ੍ਰੋਗਰਾਮ ਖਾਸ ਗੱਲਬਾਤ ਦੇ ਵਿੱਚ ਅੱਜ ਦੇ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਉੱਤੇ ਕਿ ਕਿਵੇਂ ਚੱਲ ਰਹੀ ਹੈ, ਕੀ ਕੁਝ ਵਾਦ ਵਿਵਾਦ ਜਿਹੜਾ ਆ ਉਸ ਦੇ ਉੱਤੇ ਚਰਚਾ ਜਿਹੜੀ ਆ ਉਹ ਹੋਵੇਗੀ। ਸਾਡੇ ਨਾਲ ਅੱਜ ਪ੍ਰੋਗਰਾਮ ਦੇ ਵਿੱਚ ਜਿਹੜੇ ਗੈਸਟ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਪੰਜਾਬ ਯੂਨਿਟ ਦੇ ਯੂਥ ਤੇ ਆਗੂ ਸਰਦਾਰ ਹਰਜੋਤ ਸਿੰਘ ਸੰਧੂ ਸਾਹਿਬ, ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ, ਫਤਿਹ ਦੀ ਸਾਂਝ ਪਾਉਂਦੇ ਹਾਂ। ਸੰਧੂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਧੂ ਸਾਹਿਬ, ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਗੱਲ ਕਰੀਏ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਮਨਜਿੰਦਰ ਸਿੰਘ ਸਿਰਸਾ ਦੀ ਗੱਲ ਕਰੀਏ ਤਾਂ ਉਹਨਾਂ ਦੇ ਕਾਫੀ ਜ਼ਿਆਦਾ ਬਿਆਨ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਵੀ ਆਏ, ਉਹਨਾਂ ਦੇ ਉੱਤੇ ਵੀ ਚਰਚਾ ਕਰਾਂਗੇ। ਪਰ ਜਿਹੜਾ ਰੀਸੈਂਟ ਉਹਨਾਂ ਦਾ ਬਿਆਨ ਇੱਕ ਆਇਆ ਹੈ ਕਿ ਦਿੱਲੀ ਦੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਲੰਗਰ ਨੂੰ ਚਲਾਉਣ ਵਾਸਤੇ ਸਰਕਾਰੀ ਮਦਦ ਦੀ ਜ਼ਰੂਰਤ ਜਿਹੜੀ ਆ ਉਹ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਕਿ ਸਰਕਾਰੀ ਮਦਦ ਜਿਹੜੀ ਆ ਉਹ ਮੰਗੀ ਗਈ ਆ। ਕਿਤੇ ਨਾ ਕਿਤੇ ਦਿੱਲੀ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਸੰਸਥਾਵਾਂ ਜਾਂ ਅਜਿਹੇ ਸਿੱਖ ਹੈਗੇ ਆ ਜਿਹੜੇ ਇਕੱਲੇ ਖਰਚਾ ਜਿਹੜਾ ਆ ਉਹ ਚੁੱਕ ਸਕਦੇ ਆ ਲੰਗਰ ਦਾ, ਪਰ ਸਰਕਾਰੀ ਮਦਦ ਜਿਹੜੀ ਆ ਉਹ ਕੁਝ ਹਜਮ ਨਹੀਂ ਹੋ ਰਹੀ। ਅਜਿਹੀ ਮਦਦ ਜਿਹੜੀ ਮੰਗਣੀ ਸਿੱਖਾਂ ਦੇ ਅੱਗੇ ਕਿਹਾ ਜਾ ਸਕਦਾ ਸੀ ਕਿ ਸਿੱਖ ਸੰਗਤਾਂ ਇਕੱਠੀਆਂ ਹੋਣ ਜੇ ਲੰਗਰ ਦੇ ਵਾਸਤੇ ਇਸ ਤਰ੍ਹਾਂ ਦੀ ਕੋਈ ਜ਼ਰੂਰਤ ਸੀਗੀ। ਤੁਹਾਡਾ ਕੀ ਪ੍ਰਤੀਕਰਮ ਹੈ ਇਸ ਦੇ ਉੱਤੇ? ਸਭ ਤੋਂ ਪਹਿਲਾਂ ਜੀ ਮੈਂ ਇਸ ਬਿਆਨ ਦੀ ਬਹੁਤ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ, ਨਿਖੇਧੀ ਕਰਦਾ ਜੀ। ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਤੇ ਦੂਸਰੇ ਨੰਬਰ ਦੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ। ਜੀ ਜੀ ਦਿੱਲੀ ਕਮੇਟੀ ਦਾ ਪ੍ਰਧਾਨ ਸਰਕਾਰੀ ਮਦਦ ਮੰਗੇ, ਇਸ ਤੋਂ ਵੱਧ ਨਮੋਸ਼ੀ ਵਾਲੀ ਗੱਲ ਸਾਡੇ ਵਾਸਤੇ ਹੋ ਨਹੀਂ ਸਕਦੀ। ਬਿਲਕੁਲ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀਏ ਜਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਗੱਲ ਕਰੀਏ ਤਾਂ ਵੱਡੇ ਬਜਟ ਵਾਲੀਆਂ ਕਮੇਟੀਆਂ ਦੇ ਰੂਪ ਦੇ ਵਿੱਚ ਇਹਨਾਂ ਨੂੰ ਦੇਖਿਆ ਜਾਂਦਾ ਹੈ, ਪਰ ਅਜਿਹੀ ਮਦਦ ਜਿਹੜੀ ਆ ਉਹ ਕਿਤੇ ਨਾ ਕਿਤੇ ਤਾਂ ਹੀ ਸੰਗਤ ਨੂੰ ਹਜ਼ਮ ਨਹੀਂ ਹੋ ਰਹੀ ਕਿ ਸਰਕਾਰ ਤੋਂ ਕਿਉਂ ਮਦਦ ਮੰਗੀ ਜਾ ਰਹੀ ਹੈ। ਮੈਂ ਬੇਨਤੀ ਕਰਨੀ ਚਾਹੁੰਦਾ ਜੀ, ਜਿਹੜੀ ਸਾਡੀ ਸਿੱਖ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਜੀ, ਅਸੀਂ ਬਾਦਲ ਦਲੀਏ ਕਹਿੰਦੇ ਤੇ ਇਹੋ ਹੀ ਨੇ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਫਲਸਫੇ 'ਤੇ ਚੱਲ ਰਹੇ ਹਾਂ ਜੀ। ਤੇ ਗੁਰੂ ਨਾਨਕ ਸਾਹਿਬ ਦਾ ਤਾਂ ਪਹਿਲਾ ਫਲਸਫਾ ਸੀਗਾ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਪਾਣੀ ਛਕਣਾ ਜੀ ਜੀ। ਅਸੀਂ ਲੰਗਰ ਦੀ ਪ੍ਰਥਾ ਸਰਕਾਰੀ ਖਰਚੇ 'ਤੇ ਕਿੱਦਾਂ ਮਤਲਬ ਕਿੱਦਾਂ ਸਰਕਾਰ ਨੂੰ ਇਹ ਗੱਲ ਕਹਿ ਸਕਦੇ ਹਾਂ? ਬਹੁਤ ਤਗੜੀ ਇੱਕ ਹਾਸੋਹੀਣੀ ਗੱਲ ਆ। ਔਰ ਇਸ ਚੀਜ਼ ਦੀ ਗੱਲ ਆ ਕਿ ਇਹਦੇ ਮੂੰਹ ਕਿੱਦਾਂ ਨਿਕਲ ਗਿਆ ਕਿ ਦਿੱਲੀ ਜਿਹੜੀ ਉਹ ਸਰਕਾਰ ਦਵੇ ਇਹਦਾ ਖਰਚਾ। ਇਹ ਵੀ ਅਜੇ ਰੱਬ ਦਾ ਸ਼ੁਕਰ ਹੈ ਇਹਨਾਂ ਦੇ ਮੂੰਹ ਕਿਤੇ ਇਹ ਨਹੀਂ ਨਿਕਲ ਗਿਆ ਕਿ RSS ਆ ਕੇ ਇਹਨੂੰ ਚਲਾਵੇ, ਕਿਉਂਕਿ ਜਿਹੜੇ ਨੇ ਕਠਪੁਤਲੀਆਂ ਦੇ ਬਾਦਲ ਦਲੀਏ ਸਾਰੇ RSS ਦੀਆਂ ਨੇ, ਬੀਜੇਪੀ ਦੇ ਨਾਲ ਸੰਬੰਧਿਤ RSS ਦੀਆਂ ਨੇ। ਔਰ ਕਿੰਨੇ ਗਲਤ ਤਰੀਕੇ ਦੇ ਨਾਲ ਜਿਹੜਾ ਆ ਉਹ ਉਹਨਾਂ ਦਿੱਲੀ ਕਮੇਟੀ ਦੇ ਇਹਨਾਂ ਦੀ ਪ੍ਰਧਾਨਗੀ ਦੇ ਟਨਿਓਰ ਦਰਮਿਆਨ ਸਟੇਜਾਂ ਮਿਸਯੂਜ਼ ਹੁੰਦੀਆਂ ਨੇ। ਇਹ ਬੜੀ ਨਿੰਦਣਯੋਗ ਜਿਹੜੀ ਹੈ ਇਹਨੇ ਸਟੇਟਮੈਂਟ ਦਿੱਤੀ ਹੈ ਜੀ ਸਰਦਾਰ ਮਨਿੰਦਰ ਸਿੰਘ ਸਿਰਸਾ ਜੀ। ਜੀ, ਮਨਜਿੰਦਰ ਸਿੰਘ ਸਿਰਸਾ ਦਾ ਇੱਕ ਹੋਲੇ ਮਹੱਲੇ ਦੇ ਨੇੜੇ ਵੀ ਇੱਕ ਬਿਆਨ ਜਿਹੜਾ ਆ ਉਹ ਵਾਇਰਲ ਹੋਇਆ ਸੀਗਾ ਕਿ ਮੁਹੱਲੇ ਦਾ ਅਰਥ ਜਿਹੜਾ ਕੀ ਹੁੰਦਾ ਹੈ, ਸ਼ਾਇਦ ਕਿਤੇ ਨਾ ਕਿਤੇ ਉਹ ਅਰਥ ਵੀ ਸਮਝਾਉਣ ਦੇ ਵਿੱਚ ਸੰਗਤ ਨੂੰ ਉਹ ਕਾਮਯਾਬ ਨਹੀਂ ਹੋਏ ਕਿ ਉਹਦਾ ਕੀ ਹੈ, ਕਿਉਂਕਿ ਖੁਦ ਨੂੰ ਸ਼ਾਇਦ ਇਸ ਗੱਲ ਦਾ ਨਹੀਂ ਸੀਗਾ ਪਤਾ ਕਿ ਸ਼ਬਦੀ ਅਰਥ ਜਿਹੜੇ ਆ ਉਹ ਮੁਹੱਲੇ ਦੇ ਕੀ ਹੁੰਦੇ ਆ। ਉਸ ਚੀਜ਼ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਉਹ ਵੀਡੀਓ ਜਿਹੜੀ ਆ ਉਹ ਵੀ ਵਾਇਰਲ ਹੋਈ ਸੀਗੀ। ਮੈਂ ਨਾ ਇੱਕ ਬੇਨਤੀ ਕਰਦਾ ਜੀ, ਇੱਕ ਨਾ ਕਹਾਵਤ ਆ ਜੀ, ਜਿਹੋ ਜੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ, ਜਿਹੋ ਜਿਹਾ ਸੁਖਬੀਰ ਐਂਡ ਪਾਰਟੀ ਉਹੋ ਜਿਹਾ ਹੀ ਹੈ ਜੀ। ਜਿੰਨਾ ਮਰਜ਼ੀ ਹੋਰ ਪੜ੍ਹ ਲਵੋ, ਜਿੰਨਾ ਚਿਰ ਤੁਸੀਂ ਆਪਣਾ ਵਿਰਸਾ ਨਹੀਂ ਪੜ੍ਹਿਆ, ਜਿੰਨਾ ਚਿਰ ਸਿੱਖ ਇਤਿਹਾਸ ਨਹੀਂ ਪੜ੍ਹਿਆ, ਉਹਨਾਂ ਚਿਰ ਤੁਸੀਂ ਕੁਛ ਨਹੀਂ ਪੜ੍ਹਿਆ। ਬਹੁਤ ਹੀ ਜਿਹੜੀ ਇਹ ਹਾਸੋਹੀਣੀ ਸਟੇਟਮੈਂਟ ਸੀ। ਔਰ ਮਤਲਬ ਇੱਕ ਜਦੋਂ ਸੁਣਿਆ ਤੇ ਇੱਕ ਮਤਲਬ ਕਿ ਜਿਹੜੀ ਜ਼ੁਬਾਨ 'ਚੋਂ ਇੱਕੋ ਹੀ ਗੱਲ ਨਿਕਲੀ ਕਿ ਕਿੱਥੇ ਜਾਏਗੀ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਇਹਨਾਂ ਨੂੰ ਫੋਲੋ ਕਰਕੇ ਇਹਨਾਂ ਦੀਆਂ ਗੱਲਾਂ ਸੁਣ ਕੇ ਜਿਨ੍ਹਾਂ ਨੇ ਸਿੱਖ ਧਰਮ ਦੇ ਵਿੱਚ ਆਸਥਾ ਜਿਨ੍ਹਾਂ ਦੀ ਹੋਣੀ ਆ ਉਹਨਾਂ ਨੂੰ ਅਸੀਂ ਕੀ ਸੇਧ ਦੇ ਰਹੇ ਹਾਂ ਜੀ। ਇਹਨੂੰ ਦਿੱਲੀ ਕਮੇਟੀ ਦੇ ਪ੍ਰਧਾਨ ਨੂੰ ਹੀ ਨਹੀਂ ਇਸ ਚੀਜ਼ ਦਾ ਪਤਾ ਕਿ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੋਲਾ ਮਹੱਲਾ ਦੀ ਸਾਨੂੰ ਪ੍ਰਥਾ ਦਿੱਤੀ ਸੀ, ਇਹਨੂੰ ਹੋਲੇ ਮਹੱਲੇ ਦਾ ਮਤਲਬ ਹੀ ਨਹੀਂ ਪਤਾ। ਬਹੁਤ ਹੀ ਗਲਤ ਗੱਲ ਹੈ ਜੀ ਇਸ ਚੀਜ਼ ਦੀ। ਸੰਧੂ ਸਾਹਿਬ, ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਥੋੜ੍ਹੀ ਜਿਹੀ ਨਮੋਸ਼ੀ ਇਹ ਹੋ ਜਾਂਦੀ ਆ ਕਿ
ਜਿਹੜੇ ਸਾਡੇ ਧਾਰਮਿਕ ਲੀਡਰ ਨੇ ਜਾਂ ਆਗੂ ਨੇ ਇਸ ਤਰ੍ਹਾਂ ਦੇ, ਉਹ ਕਿਤੇ ਨਾ ਕਿਤੇ ਜਿਹੜੀ ਧਾਰਮਿਕ ਸਿੱਖਿਆ ਆ ਉਸ ਤੋਂ ਵਾਂਝੇ ਨਜ਼ਰ ਆਉਂਦੇ ਆ। ਉਹਨਾਂ ਦੀ ਜਿਹੜੀ ਗੱਲਬਾਤ ਆ ਉਹ ਇਸ ਤਰ੍ਹਾਂ ਦੀ ਨਹੀਂ ਹੈਗੀ ਕਿ ਉਹ ਸਿੱਧੇ ਤੌਰ ਦੇ ਉੱਤੇ ਜਿਹੜਾ ਆ ਉਹ ਸੰਗਤਾਂ ਤੱਕ ਸਹੀ ਤਰੀਕੇ ਦਾ ਪ੍ਰਚਾਰ ਜਿਹੜਾ ਆ ਉਹ ਪਹੁੰਚਾ ਸਕਣ। ਕਿਤੇ ਨਾ ਕਿਤੇ ਅੰਦਰ ਖਾਤੇ ਬਹੁਤ ਕੁਝ ਇਸ ਤਰ੍ਹਾਂ ਦਾ ਚੱਲਦਾ ਕਿ ਇਹਨੂੰ ਲਾਤਾ ਅਤੇ ਇਹਨੂੰ ਬਣਾਤਾ, ਅਤੇ ਇਸ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਜਿਹੜਾ ਆ ਉਹ ਵੀ, ਅਤੇ ਆਪਣੇ ਅਹੁਦਿਆਂ ਦੀ ਦੁਰਵਰਤੋਂ ਦੀ ਗੱਲ ਕੀਤੀ ਜਾਵੇ ਉਹ ਵੀ, ਇਸ ਤਰ੍ਹਾਂ ਦਾ ਬਹੁਤ ਕੁਝ ਹੋ ਰਿਹਾ ਜਿਹੜਾ ਕਿ ਮੈਂ ਸਮਝਦਾ ਹਾਂ ਕਿ ਧਰਮ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਘੱਟੋ ਘੱਟ ਜਿਹੜੇ ਪ੍ਰਧਾਨ ਜਾਂ ਇਸ ਤਰ੍ਹਾਂ ਦੇ ਧਾਰਮਿਕ ਲੀਡਰ ਆ ਉਹ ਸੂਝਵਾਨ ਹੋਣੇ ਚਾਹੀਦੇ ਆ, ਚੰਗੇ ਪੜ੍ਹੇ ਲਿਖੇ ਹੋਣੇ ਚਾਹੀਦੇ ਆ, ਚੰਗੇ ਧਾਰਮਿਕ ਤੌਰ ਦੇ ਉੱਤੇ ਪਰਿਪੱਕ ਸਿੱਖਿਆ ਦੇਣ ਵਾਲੇ ਹੋਣੇ ਚਾਹੀਦੇ ਆ, ਜਿਨ੍ਹਾਂ ਤੋਂ ਯੂਥ ਕੁਝ ਸਿੱਖੇ। ਤੁਸੀਂ ਬਹੁਤ ਸਰਦਾਰ ਜੀ ਅੱਛੀ ਗੱਲ ਕੀਤੀ ਹੈ ਕਿ ਜਿਹੜੇ ਧਾਰਮਿਕ ਤੇ ਬੁੱਧੀਜੀਵੀ ਜਿਹੜੇ ਸਾਡੀ ਕੌਮ ਦੇ ਸੰਸਥਾ ਦੇ ਪ੍ਰਧਾਨ ਹੋਣੇ ਚਾਹੀਦੇ ਨੇ ਜੀ। ਮੈਂ ਨਾ ਜੀ ਬਾਕੀ ਵੀ ਚੈਨਲਸ ਦੇ ਉੱਤੇ ਇੱਕੋ ਹੀ ਅਪੀਲ ਕਰਦਾ ਹੁੰਨਾ ਕਿ ਮਨਿੰਦਰ ਸਿੰਘ ਸਰਸਾ ਇੱਕ ਰਾਜਨੀਤਿਕ ਆਦਮੀ ਹੈ, ਇਹ ਸਾਡਾ ਪ੍ਰਧਾਨ ਨਹੀਂ ਹੋ ਸਕਦਾ, ਇਹ ਮਜਬੂਰਨ ਸਾਡੀ ਕੌਮ ਦੇ ਉੱਤੇ ਥੋਪਿਆ ਗਿਆ ਪ੍ਰਧਾਨ ਹੈ। ਚਾਹੇ ਉਹ ਭਾਈ ਗੋਬਿੰਦ ਸਿੰਘ ਲੌਂਗੋਵਾਲ ਹੋਣ ਜੀ, ਚਾਹੇ ਮਨਿੰਦਰ ਸਿੰਘ ਸਰਸਾ ਹੋਵੇ, ਜਿਹੜਾ ਬੰਦਾ ਰਾਜਨੀਤਿਕ ਆ ਉਹ ਸਾਡਾ ਪ੍ਰਧਾਨ ਨਹੀਂ ਹੋ ਸਕਦਾ ਜੀ। ਪਹਿਲੀ ਵਾਰੀ ਇਤਿਹਾਸ ਦੇ ਵਿੱਚ ਹੋਇਆ ਜੀ, ਰਜ਼ੌਰੀ ਗਾਰਡਨ ਤੋਂ ਕਮਲ ਦੇ ਫੁੱਲ, RSS ਦੀ ਭਾਈਵਾਲ ਪਾਰਟੀ ਜਾਂ RSS ਦਾ ਇੱਕ ਕਹਿ ਲਓ ਕਿ ਸਰਾਊਂਡਿੰਗ ਪਾਰਟੀ, BJP ਦਾ ਇਹ MLA ਸੀ ਤੇ ਸਾਡੀ ਸੰਸਥਾ ਦਾ ਪ੍ਰਧਾਨ ਵੀ ਸੀ। ਇਹ BJP ਦੇ MLA ਦੇ ਤੌਰ ਦੇ ਉੱਤੇ ਰਹਿ ਕੇ ਤੇ ਨਾਲ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਬਣੇ। ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਗੱਲ ਕਰੀਏ ਤਾਂ ਉਹ ਵੀ ਪਹਿਲਾਂ MLA ਰਹੇ ਆ, ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਵੀ ਹੌਲੀ ਹੌਲੀ ਜਿਹੜਾ ਹੈ, ਕਿਉਂਕਿ ਪੋਲੀਟੀਕਲ ਜਿਹੜਾ ਲੀਡਰ ਹੁੰਦਾ ਜਾਂ ਜਿਹਦੀ ਪੋਲੀਟੀਕਲ ਬੈਕਗਰਾਊਂਡ ਹੁੰਦੀ ਆ, ਉਹਨਾਂ ਦੀ ਸੋਚਣੀ 'ਚ ਕਿਤੇ ਨਾ ਕਿਤੇ ਧਾਰਮਿਕ ਆਗੂਆਂ ਨਾਲੋਂ ਬਹੁਤ ਵੱਡਾ ਡਿਫਰੈਂਸ ਜਿਹੜਾ ਉਹ ਵੀ ਨਜ਼ਰ ਆਉਂਦਾ। ਵੇਖੋ ਜੀ, ਸਾਡੀ ਅੱਜ ਸਿਚੁਏਸ਼ਨ ਇੱਥੇ ਆ ਕੇ ਖੜ ਗਈ ਜੀ ਕਿ ਸਾਡਾ ਜਿਹੜਾ ਸਿੱਖਾਂ ਦਾ ਆਗੂ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜੀ ਜਿਹੜਾ ਹੋਣਾ ਚਾਹੀਦਾ ਸੀ, ਉਹ ਇਹ ਹੋਣਾ ਚਾਹੀਦਾ ਸੀ ਵਰਲਡ ਦਾ ਉਹ ਬੰਦਾ ਹੋਣਾ ਚਾਹੀਦਾ ਜਿਹਨੂੰ ਕੋਈ ਵੀ ਬੰਦਾ ਉਹਦੇ 'ਚ ਨੁਕਸ ਨਾ ਕੱਢ ਸਕੇ ਜੀ ਜੀ। ਅੱਜ ਸਾਡੀ ਕੌਮ ਦੀ ਸਿਚੁਏਸ਼ਨ ਇੱਥੇ ਆ ਕੇ ਖੜ ਗਈ ਜੀ। ਧੂਰੀ ਕੰਸਟੀਚੁਐਂਸੀ 'ਚੋਂ ਹਾਰਿਆ ਹੋਇਆ ਬੰਦਾ ਸਾਡੀ ਕੌਮ ਦਾ ਪ੍ਰਧਾਨ ਬਣਾ ਦਿੱਤਾ ਜੀ, ਤਨਖਾਹੀਆ ਪ੍ਰਧਾਨ ਜੀ। ਬਾਦਲ ਦਲੀਏ ਜਿਹੜੇ ਵੱਡੇ ਅਹੁਦਿਆਂ ਦੇ ਉੱਤੇ ਬੈਠੇ ਨੇ ਸਾਰੇ ਤਨਖਾਹੀਏ ਜੀ, ਕੱਲਾ ਇੱਕ ਨਹੀਂ, ਸਾਰੇ ਤਨਖਾਹੀਏ ਜੀ। ਠੀਕ ਹੈ ਜੀ। ਮਨਿੰਦਰ ਸਿੰਘ ਸਰਸਾ ਤਨਖਾਹੀਆ। ਮੈਂ ਰਾਜਨੀਤਿਕ ਬੰਦਿਆਂ ਦਾ ਕਿਸੇ ਦਾ ਨਾਂ ਨਹੀਂ ਲਊਂਗਾ, ਮਤਲਬ ਵੇਖਣ ਵਾਲੀ ਸੰਗਤ ਸਾਰੀ ਸਮਝਦੀ ਆ ਕਿ ਸਾਰੇ ਤਨਖਾਹੀਏ ਜੀ, ਤੇ ਸਾਨੂੰ ਮਜਬੂਰਨ ਇਹ ਪ੍ਰਧਾਨ ਮੰਨਣੇ ਪੈਂਦੇ ਨੇ। ਕਿੰਨੀ ਹਾਸੋਹੀਣੀ ਗੱਲ ਆ ਜੀ। ਅਸਲ ਦੇ ਵਿੱਚ ਕਹਾਵਤ ਸੀਗੀ, ਇੱਕ ਮਿਆਨ 'ਚ ਦੋ ਕਿਰਪਾਨਾਂ ਨਹੀਂ ਰਹਿ ਸਕਦੀਆਂ ਜੀ, ਪਰ ਇੱਕ ਮਿਆਨ 'ਚ ਦੋਵੇਂ ਕਿਰਪਾਨਾਂ ਰਹੀਆਂ, ਪ੍ਰਧਾਨ ਵੀ ਤੇ MLA ਵੀ ਜੀ ਜੀ ਜੀ। ਰਾਜਨੀਤਿਕ ਬੰਦਾ ਸਾਡਾ ਪ੍ਰਧਾਨ ਕਿੱਦਾਂ ਹੋ ਸਕਦਾ? ਜਿਹੜਾ ਰਾਜਨੀਤਿਕ ਹੋਊਗਾ ਸਾਡੀ ਕਿੱਦਾਂ ਸੋਚ ਸਕਦਾ? ਉਹ ਕਦੀ ਵੀ ਨਹੀਂ ਸੋਚ ਸਕਦਾ। ਕਿਤੇ ਨਾ ਕਿਤੇ ਇਹ ਵੀ ਚਰਚਾ ਛਿੜਦੀ ਆ ਕਿ ਮਨਜੀਤ ਸਿੰਘ GK ਪ੍ਰਧਾਨ ਸੀਗੇ, ਮਨਜਿੰਦਰ ਸਿੰਘ ਸਿਰਸਾ ਦੀ ਜਿਹੜੀ ਨੇੜਤਾ ਸੁਖਬੀਰ ਬਾਦਲ ਦੇ ਨਾਲ ਬਹੁਤ ਜ਼ਿਆਦਾ ਸੀ, OSD ਵੀ ਉਹਨਾਂ ਦੇ ਰਹੇ ਆ ਜੀ। ਕਿਤੇ ਨਾ ਕਿਤੇ ਉਸ ਚੀਜ਼ ਦਾ ਫਾਇਦਾ ਜਿਹੜਾ ਉਹ ਵੀ ਉਠਾਇਆ ਗਿਆ ਆ ਪ੍ਰਧਾਨਗੀ ਤੱਕ ਪਹੁੰਚਣ ਵਾਸਤੇ। ਬਿਲਕੁਲ ਸਹੀ ਗੱਲ ਕਹੀ ਤੁਸੀਂ, ਬਹੁਤ ਵਾਜਬ ਸਵਾਲ ਆ ਤੁਹਾਡਾ ਜੀ। ਇਹ ਚੀਜ਼ਾਂ ਐਟਲੀਸਟ ਇਹ ਤੇ ਕਲੀਅਰ ਕਰਦੀਆਂ ਨੇ ਨਾ ਕਿ ਕਲੀਅਰ ਤੌਰ ਦੇ ਉੱਤੇ ਸਾਡੀਆਂ ਇੰਸਟੀਟਿਊਸ਼ਨ ਜਿੰਨੀਆਂ ਵੀ ਨੇ ਜੀ, ਭਾਵੇਂ SGPC ਆ ਤੇ ਭਾਵੇਂ ਦਿੱਲੀ ਕਮੇਟੀ ਆ, ਇਹਦੇ ਉੱਤੇ ਕਬਜ਼ਾ ਕਿਹਦਾ ਹੈ? ਇੱਕ ਬੰਦੇ ਦਾ ਕਬਜ਼ਾ ਹੈ ਜੀ ਜੀ। ਸਾਡੀ ਅੱਜ ਕੌਮ ਦੀ ਤਰਾਸਦੀ ਇਹ ਹੈ, ਸਾਨੂੰ ਗੁਰੂ ਸਾਹਿਬ ਨੇ ਆਖਿਆ ਸੀਗਾ ਕਿ ਰਾਜਨੀਤੀ ਦੇ ਜਿਹੜੀ ਰਾਜਨੀਤੀ ਉਹ ਧਰਮ ਦੇ ਅਧੀਨ ਚੱਲੇਗੀ। ਅੱਜ ਕੀ ਹੋ ਰਿਹਾ ਹੈ ਜੀ ਜੀ, ਰਾਜਨੀਤੀ ਧਰਮ ਦੇ ਉੱਪਰ ਚੱਲ ਰਹੀ ਆ। ਉਹਦੀ ਲਾਈਵ ਐਗਜ਼ਾਮਪਲ ਕੀ ਆ? ਸਾਡਾ ਕਮੇਟੀ ਦਾ, ਸਾਡੀ ਮਤਲਬ SGPC ਜਾਂ ਦਿੱਲੀ ਕਮੇਟੀ ਦਾ ਪ੍ਰਧਾਨ ਥੋਬਣ ਕੌਣ ਹੁੰਦਾ ਹੈ? ਰਾਜਨੀਤਿਕ ਪ੍ਰਧਾਨ ਜੀ। ਰਾਜਨੀਤਿਕ ਪ੍ਰਧਾਨ ਨੂੰ ਪਹਿਲਾਂ ਰਾਈਟਸ ਹੀ ਕਿਹਨੇ ਦਿੱਤੇ ਜੀ? ਸਾਡੀ ਕੌਮ ਦਾ ਪ੍ਰਧਾਨ ਚੁਣਨ ਦੇ। ਬਿਲਕੁਲ। ਕਿਸੇ ਨੂੰ ਵੋਟ ਪੋਲ ਕਰਨ ਦਾ ਮਤਲਬ ਕਿ ਪਤਾ ਹੀ ਨਹੀਂ ਕਦੋਂ SGPC ਦੀ ਇਲੈਕਸ਼ਨ ਹੋਣੀ, ਕਦੋਂ ਨਹੀਂ ਹੋਣੀ। ਬਿਲਕੁਲ। ਮਤਲਬ ਬਹੁਤ ਤਗੜਾ ਏ ਇੱਕ ਕੌਮ ਦੇ ਵਿੱਚ ਤਰਾਸਦੀ ਹੈ ਜੀ ਇਹ ਜੀ, ਜਿਹੜੀ ਬਾਦਲਾਂ ਦੇ ਹੱਥ ਦੇ ਵਿੱਚ ਇਹ ਸਾਰੀ ਇੰਸਟੀਟਿਊਸ਼ਨ ਤੇ ਕੌਮ ਦਾ ਕਾਨ ਹੋ ਰਿਹਾ। ਦੇ ਵਿੱਚ ਆਉਣ ਵਾਸਤੇ ਧਰਮ ਦੀ ਆੜ ਲਈ ਜਾਂਦੀ ਆ, ਪੰਥ ਨੂੰ ਖਤਰਿਆਂ ਦੀਆਂ ਗੱਲਾਂ ਵੀ ਜਿਹੜੀਆਂ ਆ ਉਹ ਹੁੰਦੀਆਂ ਰਹੀਆਂ ਆ। ਜਦੋਂ ਰਾਜਨੀਤਿਕ ਤੌਰ ਦੇ ਉੱਤੇ ਸੱਤਾ ਹਾਸਲ ਹੋ ਜਾਂਦੀ ਆ ਤਾਂ ਫਿਰ ਧਾਰਮਿਕ ਤੌਰ ਦੇ ਉੱਤੇ ਵੀ ਗਲਤ ਫੈਸਲੇ ਜਿਹੜੇ ਆ ਉਹ ਲਏ ਜਾਂਦੇ ਆ। ਜਿਵੇਂ ਅਸੀਂ
ਰਾਮ ਰਹੀਮ ਦੀ ਐਗਜ਼ਾਮਪਲ ਜਿਹੜੀ ਹੈ ਸਾਡੇ ਕੋਲ ਹੈਗੀ, ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਹੋਰ ਵੀ ਗੱਲਾਂ ਜਿਹੜੀਆਂ ਆ ਉਹ ਜੇਕਰ ਅਸੀਂ ਇਸ ਪਾਸੇ ਪਾਵਾਂਗੇ ਤਾਂ ਸ਼ਾਇਦ ਚਰਚਾ ਜਿਹੜੀ ਆ ਉਹ ਬੜੀ ਲੰਮੇਰੀ ਹੋ ਜਾਏਗੀ। ਸੋ ਓਵਰਆਲ ਸਥਿਤੀ ਦੀ ਗੱਲ ਕਰੀਏ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ, ਤਾਂ ਉਸ ਨੂੰ ਕਿਵੇਂ ਦੇਖਦੇ ਹੋ? ਇੰਨੀ ਦਿਨੀ ਕੀ ਹਾਲਾਤ ਨੇ ਕਮੇਟੀ ਦੇ? ਮੈਂ ਜੀ ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਤੁਹਾਨੂੰ ਇੱਕ ਚੀਜ਼ ਮਾੜੀ ਜੀ ਮਾਈਂਡ 'ਚ ਲਿਆਉਣਾ ਚਾਹੁੰਦਾ ਸੰਗਤ ਦੇ ਜੀ। ਜਿਸ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਦਿੱਲੀ ਕਮੇਟੀ ਦੇ ਪ੍ਰਧਾਨ ਸਨ ਜੀ, ਇਹਨਾਂ ਵੱਲੋਂ ਬੜੇ ਆਰੋਪ ਲਗਾਏ ਗਏ ਜਿਹੜੇ ਕਿ ਅਜੇ ਤੱਕ ਇਹਨਾਂ ਕੋਲ ਸਾਬਤ ਨਹੀਂ ਹੋ ਪਾਏ। ਉਸ ਟਨਿਓਰ ਦੇ ਵਿੱਚ ਸਰਦਾਰ ਤਰਸੇਮ ਸਿੰਘ ਜੀ ਖਾਲਸਾ ਜਿਹੜੇ ਧਰਮ ਪ੍ਰਚਾਰ ਦੇ ਚੇਅਰਮੈਨ ਸਨ ਜੀ, ਠੀਕ ਹੈ ਜੀ, ਉਹਨਾਂ ਦੀ ਚੇਅਰਮੈਨਸ਼ਿਪ ਤੋਂ ਬਾਅਦ ਇਹਨਾਂ ਨੇ ਕੋਈ ਚੇਅਰਮੈਨ ਹੀ ਇੱਕ ਲਾਇਆ ਜੀ, ਪਰਮਜੀਤ ਸਿੰਘ ਰਾਣਾ ਜੀ, ਜਿਹੜੀ ਤੁਸੀਂ ਗੱਲ ਕੀਤੀ ਕਿ ਰਾਜਨੀਤਿਕ ਮਤਲਬ ਵੀ ਇਹਦੀ ਧਰਮ ਦੀ ਆੜ ਲਈ ਜਾਂਦੀ ਜੀ ਜੀ, ਉਹ ਬੀਜੇਪੀ ਦਾ ਕਾਉਂਸਲਰ ਹੈ ਜੀ ਇਸ ਟਾਈਮ, ਠੀਕ ਹੈ ਜੀ। ਬੀਜੇਪੀ ਦਾ ਕਾਉਂਸਲਰ ਮਤਲਬ ਸਾਡੀ ਮਾਰੂ ਕੌਮ ਬੀਜੇਪੀ, ਆਰਐਸਐਸ ਬੀਜੇਪੀ ਜੀ, ਉਹ ਸਾਡੇ ਧਾਰਮਿਕ ਆਗੂ ਕਿੱਦਾਂ ਹੋ ਗਏ ਜੀ ਜੀ, ਠੀਕ ਹੈ ਜੀ। ਉਹਨਾਂ ਦੀ ਧਰਮ ਪ੍ਰਚਾਰ ਦੇ ਚੇਅਰਮੈਨ ਟਨਿਓਰ ਤੋਂ ਬਾਅਦ ਇਹ ਕੁਛ ਟਾਈਮ ਪਰਮਜੀਤ ਸਿੰਘ ਰਾਣਾ ਰਿਹਾ। ਅੱਜ ਦੀ ਤਰੀਕ ਦੇ ਵਿੱਚ ਕੋਈ ਧਰਮ ਪ੍ਰਚਾਰ ਦਾ ਚੇਅਰਮੈਨ ਹੀ ਨਹੀਂ ਜੀ। ਕਿੰਨਾ ਮਤਲਬ ਚਿੰਤਾਜਨਕ ਵਿਸ਼ਾ ਹੈ ਕਿ ਸਾਡਾ ਅੱਜ ਦਿੱਲੀ ਕਮੇਟੀ ਦੇ ਵਿੱਚ ਕੋਈ ਧਰਮ ਦਾ ਚੇਅਰਮੈਨ ਨਹੀਂ ਹੈਗਾ, ਧਰਮ ਪ੍ਰਚਾਰਕ ਨਹੀਂ ਹੈਗਾ, ਕੋਈ ਵੀ ਨਹੀਂ ਹੈਗਾ, ਤੇ ਤਾਂ ਹੀ ਪ੍ਰਧਾਨ ਇੰਨੀਆਂ ਗਲਤੀਆਂ ਕਰ ਰਿਹਾ ਹੈ ਕਿਉਂਕਿ ਇਹ ਤੇ ਰਾਜਨੀਤਿਕ ਆਦਮੀ ਹੈ, ਇਹਨੂੰ ਤੇ ABC ਨਹੀਂ ਪਤਾ ਜੀ। ਇਹ ਬੜੀ ਅਜੀਬੋ ਗਰੀਬ ਗੱਲ ਆ। ਬਾਕੀ ਜਿਹੜੀ ਤੁਸੀਂ ਗੱਲ ਕੀਤੀ ਕਿ ਅੱਜ ਤੁਸੀਂ ਕਿਹੜੀ ਜਿਹੜੀ ਸਥਿਤੀ ਨੂੰ ਆਪਾਂ ਕਿੱਦਾਂ ਦੇਖ ਰਹੇ ਹਾਂ, ਓਵਰਆਲ ਸਥਿਤੀ ਕੀ ਹੈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ? ਇੰਨਾ ਕੁ ਗ੍ਰਾਫ ਭਾਈ ਸਾਹਿਬ ਡਿੱਗ ਚੁੱਕਾ ਹੈ ਜੀ ਕਿ ਦਿੱਲੀ ਕਮੇਟੀ ਦਾ ਪ੍ਰਧਾਨ ਸਟੇਟਮੈਂਟਾਂ ਦੇ ਰਿਹਾ ਕਿ ਜੀ ਸਾਨੂੰ ਕਰੋਨਾ ਵਾਇਰਸ ਕਰਕੇ ਜਿਹੜੀ ਮਾਨਵਤਾ ਤੇ ਉੱਤੇ ਆ ਪ੍ਰੋਬਲਮ ਆਈ ਆ ਕਿ ਸੰਗਤ ਜ਼ਿਆਦਾ ਆ ਰਹੀ ਹੈ ਤੇ ਸਾਡੇ ਕੋਲ ਲੰਗਰ ਦਾ ਪ੍ਰਬੰਧ ਨਹੀਂ ਹੈਗਾ ਤੇ ਅਸੀਂ ਇੰਨਾ ਨਹੀਂ ਕਰ ਸਕਦੇ, ਸਾਨੂੰ ਸਰਕਾਰੀ ਜਿਹੜੀ ਆ ਉਹ ਸਹਾਇਤਾ ਦਿੱਤੀ ਜਾਵੇ ਜੀ, ਠੀਕ ਹੈ ਜੀ। ਸਰਕਾਰੀ ਖਰਚਿਆਂ ਦੇ ਉੱਤੇ ਲੰਗਰ ਚੱਲੇ ਕਦੋਂ ਨੇ? ਇਹ ਤੇ ਸੰਗਤ ਦੇ ਸਹਿਯੋਗ ਨਾਲ ਚੱਲਦੇ ਨੇ ਜੀ। ਅਸੀਂ ਤੇ ਸਾਡੇ ਸਰਦਾਰ ਤਰਸੇਮ ਸਿੰਘ ਜੀ ਖਾਲਸਾ ਸਾਬਕਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ, ਉਹਨਾਂ ਨੇ ਪਰਸੋਂ ਇੱਕ ਜਿਹੜੀ ਆ ਉਹ ਚਿੱਠੀ ਲਿਖੀ ਆ ਦਿੱਲੀ ਕਮੇਟੀ ਨੂੰ ਕਿ ਜੀ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਜ਼ਿਆਦਾ ਸੰਗਤ ਆਉਂਦੀ ਆ ਤੁਸੀਂ ਲੰਗਰ ਨਹੀਂ ਚਲਾ ਸਕਦੇ, ਜਿਹੜੀ ਚੀਜ਼ ਹੋਰ ਵੀ ਤੁਸੀਂ ਪ੍ਰਬੰਧ ਨਹੀਂ ਚਲਾ ਸਕਦੇ ਜੀ, ਸਾਨੂੰ ਸੇਵਾ ਦੇ ਦਿਓ, ਅਸੀਂ ਸੰਗਤ ਦੇ ਸਹਿਯੋਗ ਨਾਲ ਚਲਾ ਲਾਂਗੇ ਜੀ ਜੀ। ਮਤਲਬ ਕਿ ਤੁਸੀਂ ਸਿਰਫ ਗੋਲਕਾਂ 'ਚ ਪੈਸੇ ਹੀ ਖਾਣ ਆਏ ਹੋ, ਸਿਰਫ ਤੇ ਸਿਰਫ ਸੰਗਤ ਦੇ ਜਿਹੜਾ ਚੜਾਵਾ ਹੈ ਉਹਦਾ ਮਿਸਯੂਜ਼ ਕਰਨ ਆਏ ਹੋ, ਤੇ ਜਿਹੜੇ ਸਾਡੀ ਇੰਸਟੀਟਿਊਸ਼ਨ ਉਹਨਾਂ ਦਾ ਘਾਹ ਨਹੀਂ ਕਰਨ ਆਏ ਹੋ। ਤੁਸੀਂ ਲੰਗਰ ਹੀ ਨਹੀਂ ਚਲਾ ਸਕਦੇ। ਇਸ ਤੋਂ ਜਿਹੜੀ ਘਟੀਆ ਮੈਨੇਜਮੈਂਟ ਜਿਹੜੀ ਇਹਨਾਂ ਦੀ ਸਿਸਟਮ ਕਿਹੜਾ ਘੱਟ ਹੋ ਸਕਦਾ। ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ, ਉਹਨਾਂ ਦਾ ਵੀ ਇੱਕ ਪ੍ਰਤੀਕਰਮ ਜਿਹੜਾ ਆ ਉਹ ਆਇਆ ਸੀਗਾ, ਤੁਹਾਡੀ ਪਾਰਟੀ ਦਾ ਕੀ ਪ੍ਰਤੀਕਰਮ ਹੈਗਾ ਇਸ ਦੇ ਉੱਤੇ? ਜਦੋਂ ਸਰਕਾਰੀ ਮਦਦ ਵਾਸਤੇ ਗੁਹਾਰ ਜਿਹੜੀ ਆ ਉਹ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਮੌਜੂਦਾ ਪ੍ਰਧਾਨ ਲਗਾ ਰਿਹਾ ਆ, ਤੇ ਤੁਹਾਡੇ ਵੱਲੋਂ ਕੀ ਇਸ ਦੇ ਉੱਤੇ ਜਿਹੜਾ ਪ੍ਰਤੀਕਰਮ ਦਿੱਤਾ ਗਿਆ ਸੀਗਾ? ਅਸੀਂ ਕਰੜੇ ਸ਼ਬਦਾਂ 'ਚ ਨਿਖੇਧੀ ਕਰਦੇ ਹਾਂ ਜੀ। ਮੈਂ ਤੇ ਪਹਿਲਾਂ ਹੀ ਬੇਨਤੀ ਕੀਤੀ ਜੀ, ਸਰਕਾਰੀ ਪੈਸਿਆਂ ਦੇ ਉੱਤੇ ਲੰਗਰ ਮਤਲਬ ਕਿ ਇਹ ਤੇ ਆਪਣੇ ਆਪ ਦੇ ਵਿੱਚ ਇੱਕ ਸ਼ਰਮ ਜਿਹੜਾ ਆ ਉਹ ਗੱਲ ਸਾਹਮਣੇ ਆਈ ਹੈ। ਸਰਦਾਰ ਪਰਮਜੀਤ ਸਿੰਘ ਸਰਨਾ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਗੋਲਕ ਚਾਹੇ ਰੱਖ ਲੈਣ, ਲੰਗਰ ਅਸੀਂ ਆਪਣੇ ਤੌਰ ਤੇ ਵੀ ਚਲਾ ਲਾਂਗੇ। ਅਸੀਂ ਤੇ ਪਹਿਲਾਂ ਹੀ ਕਹਿੰਦੇ ਆ ਜੀ, ਅਸੀਂ ਇਹਨਾਂ ਵਾਂਗੂ ਇਹ ਗੱਲ ਦਾ ਰੌਲਾ ਨਹੀਂ ਨਾ ਪਾਉਂਦੇ, ਰਾਜ ਨਹੀਂ ਸੇਵਾ। ਅਸੀਂ ਵਾਕਈ ਜਿਹੜੀ ਆ ਸੇਵਾ ਦੀ ਗੱਲ ਕੀਤੀ, ਅਸੀਂ ਪਹਿਲਾਂ ਵੀ ਕਿਹਾ ਸੀ, ਹੁਣ ਵੀ ਕਹਿੰਦੇ ਆ, ਤੁਸੀਂ ਗੋਲਕ ਰੱਖ ਲਓ, ਸਾਨੂੰ ਸੇਵਾ ਦੇ ਦਿਓ ਜੀ। ਇਹ ਗੋਲਕ ਦਾ ਰੌਲਾ ਨਾ, ਗੋਲਕ ਰੱਖ ਲਓ, ਸਾਨੂੰ ਸੇਵਾ ਦੇ ਦਿਓ ਮਹਾਰਾਜ ਜੀ। ਤੁਸੀਂ ਲੰਗਰ ਦਾ ਮਜ਼ਾਕ ਤੇ ਨਾ ਉਡਾਓ। ਸਾਡਾ ਲੰਗਰ ਗੁਰੂ ਘਰ ਦੇ ਵਿੱਚ ਲੰਗਰ ਇੱਥੇ ਮਤਲਬ ਇੱਕ ਨਹੀਂ, ਮੈਂ ਕਾਊਂਟ ਨਹੀਂ ਕਰਵਾ ਸਕਦਾ ਕਿੰਨੀਆਂ ਐਗਜ਼ਾਮਪਲਸ ਨੇ। ਭੁੱਖਿਆਂ ਦੇ ਢਿੱਡ ਭਰਦਾ ਹੈ ਲੰਗਰ, ਅੱਜ ਅਸੀਂ ਸਰਕਾਰੀ ਕੋਲੋਂ ਪੈਸੇ ਦੀ ਮੰਗ ਕਰ ਰਹੇ ਹਾਂ। ਬੜੀ ਅਜੀਬੋ ਗਰੀਬ ਗੱਲ ਹੈ ਜੀ। ਅੱਗੇ ਇਲੈਕਸ਼ਨ ਜਿਹੜੀ ਆ ਉਹ ਵੀ ਆਉਣੀ ਆ, ਪਰ ਇਲੈਕਸ਼ਨ ਦੀ ਗੱਲ ਮੈਂ ਬਾਅਦ ਦੇ ਵਿੱਚ ਕਰਦਾ ਹਾਂ। ਪਹਿਲਾਂ ਇਹ ਕਿ ਤੁਸੀਂ ਆਪਣੇ ਤੌਰ ਦੇ ਉੱਤੇ ਹੁਣ ਕਿਵੇਂ ਵਿਚਰ ਰਹੇ ਹੋ ਦਿੱਲੀ ਦੇ ਵਿੱਚ? ਕਿਵੇਂ ਸੰਗਤਾਂ ਤੱਕ ਪਹੁੰਚ ਕੀਤੀ ਜਾ ਰਹੀ ਆ, ਜਾਂ ਸੰਗਤਾਂ ਦਾ ਕੀ ਰਿਐਕਸ਼ਨ ਆ? ਕਿਉਂਕਿ ਤੁਸੀਂ ਸੰਗਤਾਂ ਤੱਕ ਪਹੁੰਚਦੇ ਰਹਿੰਦੇ ਹੋ, ਉਹਨਾਂ ਨਾਲ ਗੱਲਬਾਤ ਵੀ ਹੁੰਦੀ ਰਹਿੰਦੀ ਆ। ਮੌਜੂਦਾ ਕਮੇਟੀ ਦੇ ਸਬੰਧ ਦੇ ਵਿੱਚ ਸੰਗਤਾਂ ਦਾ ਕੀ ਸੋਚਣਾ ਹੈ? ਸੋਚਣਾ, ਸੰਗਤ ਸਭ ਤੋਂ ਪਹਿਲਾਂ ਜਦੋਂ ਦਿੱਲੀ ਕਮੇਟੀ ਦੀ ਚੋਣਾਂ ਦੀ ਇਲੈਕਸ਼ਨ ਹੁੰਦੀ, ਪੈਂਦਿਆਂ ਇਹ ਕਹਿੰਦੇ ਨੇ ਜੀ ਬਾਦਲ ਦਲ ਨੇ ਕੌਮ ਦਾ ਬੇੜਾ ਗਰਕ ਕਰਤਾ। ਜਦੋਂ ਦੇ ਬਾਦਲ ਦਲੀਆਂ ਨੇ ਐਜ਼ ਐਨ ਗਵਰਨੈਂਸ ਜਾਂ ਦਿੱਲੀ ਕਮੇਟੀ 'ਚ ਉੱਥੇ ਇਹ ਆਏ ਨੇ, ਮਤਲਬ ਐਜ਼ ਐਨ ਗਵਰਨੈਂਸ ਵੀ ਜਾਂ ਜਿੱਤੇ ਨੇ ਜਾਂ ਜਿੱਦਾਂ ਵੀ ਆਏ ਨੇ, ਪੰਜਾਬ 'ਚੋਂ ਪੱਗਾਂ ਜਿਹੜੀਆਂ ਉਹ ਦਿਖਣੋਂ ਹਟ ਗਈਆਂ।
ਤੇ ਦਿੱਲੀ ਕਮੇਟੀ ਦੇ ਵਿੱਚੋਂ ਸੇਵਾ ਦਿਖਣੋਂ ਹਟ ਗਈ। ਉੱਥੇ ਕਰਪਸ਼ਨ ਦਿਖਦੀ, ਇੱਥੇ ਨਸ਼ਾ ਦਿਖਦਾ। ਨਸ਼ਾ ਵੀ ਦਿਖਦਾ, ਕਰਪਸ਼ਨ ਵੀ ਦਿਖਦੀ ਆ, ਔਰ ਨੌਜਵਾਨੀ ਦਾ ਘਾਣ ਵੀ ਦਿਖਦਾ ਹੈ। ਪੰਜਾਬੀ ਲੈਂਗੁਏਜ ਦੀ ਕੋਈ, ਪੰਜਾਬੀ ਭਾਸ਼ਾ ਦੀ ਕੋਈ ਗੱਲ ਨਹੀਂ, ਪੰਜਾਬੀ ਪਾਣੀਆਂ ਦੀ ਕੋਈ ਗੱਲ ਨਹੀਂ, ਸਿਰਫ ਤੇ ਸਿਰਫ ਜਿਹੜਾ ਆ ਉਹ ਲੁੱਟਣ ਤੇ ਹੋਏ ਪਏ ਨੇ। ਇੱਕ ਮਤਲਬ ਬਿਜ਼ਨਸ ਦੇ ਵਾਂਗੂ ਇਹ ਚਲਾ ਰਹੇ ਨੇ, ਭਾਵੇਂ ਉਹ ਦਿੱਲੀ ਕਮੇਟੀ ਹੋਵੇ, ਭਾਵੇਂ ਸ਼੍ਰੋਮਣੀ ਕਮੇਟੀ ਹੋਵੇ, ਭਾਵੇਂ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਚੱਲਦੇ ਨੇ, ਬਹੁਤ ਹੀ ਇਹ ਗਲਤ ਤਰੀਕੇ ਦੇ ਨਾਲ ਜਿਹੜਾ ਮਿਸਯੂਜ਼ ਕਰ ਰਹੇ ਨੇ ਆਪਣੀਆਂ। ਆਉਂਦੀ ਜਿਹੜੀ ਇਲੈਕਸ਼ਨ ਆ ਉਸ ਨੂੰ ਦੇਖ ਕੇ ਤੁਹਾਡੀਆਂ ਕਿਵੇਂ ਦੀਆਂ ਤਿਆਰੀਆਂ ਨੇ, ਕੀ ਕੁਝ ਕਰ ਰਹੇ? ਕਿਉਂਕਿ 21 ਦੇ ਵਿੱਚ ਇਲੈਕਸ਼ਨ ਜਿਹੜੀ ਆ ਉਹ ਹੋਣੀ ਆ, ਕੁਝ ਮਹੀਨਿਆਂ ਬਾਅਦ ਉਹਦੀਆਂ ਤਿਆਰੀਆਂ ਜਿਹੜੀਆਂ ਉਹ ਵੀ ਸ਼ੁਰੂ ਹੋ ਜਾਣੀਆਂ। ਮੈਂ ਬੇਨਤੀ ਕਰਾਂ ਜੀ, ਤੁਸੀਂ ਬੜਾ ਵਧੀਆ ਸਵਾਲ ਕੀਤਾ ਹੈ। 2021 ਦੇ ਵਿੱਚ ਪਹਿਲੀ ਜਿਹੜੀ ਇਲੈਕਸ਼ਨ ਦਿੱਲੀ ਕਮੇਟੀ ਦੀ ਹੋਊਗੀ, ਜਿਹੜੇ ਨੁਮਾਇੰਦੇ ਨਹੀਂ ਲੜਨਗੇ, ਸੰਗਤ ਲੜੇਗੀ। 2021 ਦੇ ਵਿੱਚ ਸੰਗਤ ਲੜੇਗੀ, ਨੁਮਾਇੰਦੇ ਨਹੀਂ ਲੜਨਗੇ। ਜਿੰਨੀ ਸੰਗਤ ਇਹਨਾਂ ਤੋਂ ਤੰਗ ਆ, ਗੋਲਕਾਂ ਨਿਚੋੜ ਕੇ ਰੱਖਤੀਆਂ। ਅਸੀਂ ਤਕਰੀਬਨ 123 ਕਰੋੜ ਰੁਪਏ ਦੇ ਆਸ-ਪਾਸ ਜਿਹੜੇ ਆ ਉਹ ਜਿਸ ਦਿਨ ਸੇਵਾ ਛੱਡੀ ਆ ਉਸ ਦਿਨ ਮਤਲਬ ਕੀ ਸੀਗਾ ਖਾਤਿਆਂ 'ਚ, ਬਿਲਕੁਲ ਨਿਚੋੜ ਕੇ ਰੱਖ ਦਿੱਤਾ ਜੀ। 2021 ਦੇ ਵਿੱਚ ਸੰਗਤ ਲੜੇਗੀ, ਨੁਮਾਇੰਦੇ ਨਹੀਂ ਲੜਨਗੇ। ਪਿਛਲੇ ਦਿਨੀ ਇੱਕ ਤੁਹਾਡਾ ਮੈਸੇਜ ਜਿਹੜਾ ਆਇਆ ਉਹ ਬੜਾ ਵਾਇਰਲ ਹੋਇਆ ਸੀਗਾ ਕਿ ਸਕੱਤਰੇਤ ਦੇ ਸਾਹਮਣੇ ਪ੍ਰੋਟੈਸਟ ਦੀ ਚਰਚਾ ਜਿਹੜੀ ਆ ਉਹ ਚੱਲੀ ਸੀ, ਉਹ ਗੱਲ ਹੋਈ ਸੀ, ਉਹ ਕੀ ਸੀ? ਮੈਂ ਚਾਹੂੰਗਾ ਕਿ ਉਹ ਵੀ ਕਲੀਅਰ ਕਰ ਦਿਓ ਕਿਉਂਕਿ ਹਾਂਜੀ ਮੈਂ ਬੇਨਤੀ ਕਰਦਾ। ਬਿਲਕੁਲ ਠੀਕ ਹੈ ਤੁਸੀਂ ਕਿ ਵਾਇਰਲ ਹੋਇਆ। ਅਸਲ ਦੇ ਵਿੱਚ ਗੱਲ ਇਹ ਆ ਕਿ ਜੀ ਇਹ ਮੁੱਦਿਆਂ ਤੋਂ ਭੜਕਾਉਣਾ ਚਾਹੁੰਦੇ ਸੀ ਤੇ ਮੈਸੇਜ ਨੂੰ ਬੜਾ ਗਲਤ ਤਰੀਕੇ ਦੇ ਨਾਲ ਮੈਨੂਪਲੇਟ ਕਰ ਦਿੱਤਾ। ਮੈਂ ਸਕੱਤਰੇਤ ਕਿਹਾ ਸੀ, ਇਹਨਾਂ ਨੇ ਕਹਿ ਦਿੱਤਾ ਜੀ, ਮੈਂ ਉਹ ਵਰਡ ਨਹੀਂ ਯੂਜ਼ ਕਰਨਾ ਚਾਹੁੰਦਾ, ਇਹਨਾਂ ਨੇ ਆਪਣੇ ਤਰੀਕੇ ਨਾਲ ਮਤਲਬ ਕਿ ਜੀ ਕਿਹਾ ਹੈ ਜੀ ਇੱਥੇ ਧਰਨਾ ਲਾਉਣਾ, ਉੱਥੇ ਧਰਨਾ ਲਾਉਣਾ। ਮੈਂ ਇੰਨੀ ਔਕਾਤ ਕਰਤੂਤ ਦਾ ਮਾਲਕ ਨਹੀਂ ਕਿ ਮੈਂ ਜਿਹੜਾ ਮੇਰੀ ਜ਼ੁਬਾਨ ਸੜ ਜਾਵੇ ਮੈਂ ਇੰਨੀ ਗੱਲ ਕਹਾਂ ਮੈਂ ਅਕਾਲ ਤਖਤ ਸਾਹਿਬ ਦੇ ਬਾਹਰ ਧਰਨਾ ਲਾਵਾਂਗਾ। ਕੀ ਮੈਂ ਸਿੱਖ ਨਹੀਂ? ਇਹ RSS ਦੇ ਪਿੱਠੂ ਹੋ ਸਕਦੇ ਨੇ, ਮੈਂ ਨਹੀਂ ਆ। ਮੈਂ ਗੁਰੂ ਨੂੰ ਸਮਰਪਿਤ ਹਾਂ, ਮਤਲਬ ਮੈਂ ਇਹੋ ਜਿਹੀ ਗੱਲ ਕਦੀ ਨਹੀਂ ਕੀਤੀ। ਮੈਂ ਇਹ ਬੇਨਤੀ ਕੀਤੀ ਸੀ ਕਿ ਸਾਡੀ ਇੰਸਟੀਟਿਊਸ਼ਨ ਖਤਮ ਕਰਤੀਆਂ, ਠੀਕ ਹੈ ਜੀ, ਤੇ ਜਿਹੜੇ ਨੁਮਾਇੰਦੇ ਆਉਣੇ ਨੇ ਉੱਥੋਂ, ਤੇ ਮੈਂ ਇੱਕ ਮਨਿੰਦਰ ਸਰਸੇ ਨੂੰ ਇੱਕ ਮਤਲਬ ਕਾਲੀਆਂ ਝੰਡੀਆਂ ਦਿਖਾਉਣੀਆਂ ਸੀਗੀਆਂ ਤੇ ਜਥੇਦਾਰ ਸਾਹਿਬ ਨੂੰ ਬੇਨਤੀ ਕਰਨੀ ਕਿ ਜਥੇਦਾਰ ਸਾਹਿਬ ਰਿਕਵੈਸਟ ਆ ਕੌਮ ਵੱਲੋਂ ਕਿ ਇਹਨਾਂ ਨੂੰ ਸਾਡੇ ਜਿਹੜਾ ਕਰੋਨਾ ਵਾਇਰਸ ਚੰਬੜਿਆ ਹੈ ਸਿੱਖ ਕੌਮ ਨੂੰ, ਇਹਨਾਂ ਨੂੰ ਸਾਡੇ ਗਲੋਂ ਲਾਓ। ਔਰ ਮੈਨੂੰ ਉਸ ਤੋਂ ਬਾਅਦ PTC ਵਾਲਿਆਂ ਨੇ ਬੜਾ ਮਤਲਬ ਕਿ ਜੀ ਤੁਸੀਂ ਇੱਦਾਂ ਕਿਹਾ ਉੱਦਾਂ ਕਿਹਾ। ਮੈਂ ਜੀ ਬੇਨਤੀ ਆ ਜੀ, ਮੈਂ ਸਪੈਸੀਫਿਕਲੀ ਚੈਨਲ ਦਾ ਨਾਮ ਤਾਂ ਲੈ ਰਿਹਾ ਜੀ, ਜਿੰਨੀਆਂ ਵੀ ਇੰਟਰਵਿਊਜ਼ ਜਾਂ ਪ੍ਰੈਸ ਕਾਨਫਰੰਸਿਸ ਹੋਈਆਂ ਕਦੀ PTC ਮੇਰੀ ਅਟੈਂਡ ਨਹੀਂ ਕਰਨ ਆਇਆ ਜੀ। ਉਹ ਮੈਸੇਜ ਨੂੰ ਇੱਕ ਗਲਤ ਤਰੀਕੇ ਨਾਲ ਮੈਨੂਪਲੇਟ ਕਰਕੇ ਸਭ ਤੋਂ ਪਹਿਲਾਂ ਫੋਨ ਹੀ PTC ਦਾ ਆਇਆ। ਮਤਲਬ ਕਿ ਇਹਨਾਂ ਨੂੰ ਸਿਰ ਮਸਾਲਾ ਚਾਹੀਦਾ। ਅਸਲ 'ਚ ਗੱਲ ਕੀ ਹੁੰਦੀ, ਕਿੱਦਾਂ ਚੁੱਕ ਲੈਂਦੇ ਨੇ। ਜੇ ਵਾਕਈ ਨੇ ਪੰਥਕ ਦਰਦੀ ਨੇ 1947 ਤੋਂ ਬਾਅਦ ਸਿਰਫ 2 ਵਾਰੀ ਨਗਰ ਕੀਰਤਨ ਇੰਡੀਆ ਤੋਂ ਪਾਕਿਸਤਾਨ ਗਿਆ ਜੀ। ਦੋਵੇਂ ਵਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰਛਾਇਆ ਹੇਠ ਤੇ 5 ਪਿਆਰਿਆਂ ਦੀ ਜਿਹੜੀ ਨੁਮਾਇੰਦਗੀ ਮਤਲਬ ਕਿ ਪ੍ਰਧਾਨਗੀ ਹੇਠ ਜਾਂ ਕਹਿ ਲਓ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰਛਾਇਆ ਹੇਠ ਪਾਕਿਸਤਾਨ ਗਿਆ। ਦੋਵੇਂ ਵਾਰੀ PTC ਸੁੱਤਾ ਸੀ ਕਿ ਜਾਂ ਸਿਰਫ ਬਾਦਲਾਂ ਦੇ ਹੇਰੇ ਫੇਰੇ ਕਵਰ ਕਰ ਸਕਦਾ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਮੈਨੂੰ ਕਹਿੰਦੇ ਜੀ ਤੁਸੀਂ ਤੁਹਾਡਾ ਅੱਗੋਂ ਨੈਕਸਟ ਸਟੈਪ ਕੀ ਹੋਏਗਾ? ਮੈਂ ਕਿਹਾ ਜੀ ਪਹਿਲੇ ਨੰਬਰ ਦੇ ਉੱਤੇ ਪ੍ਰੋਟੈਸਟ ਡਿਲੇ ਕਰਨ ਦਾ ਮੇਨ ਰੀਜ਼ਨ ਇਹ ਆ ਕਿ ਮੈਨੂੰ ਅੰਦਰੋਂ ਹੀ ਕਿਤੋਂ ਇਨਫੋਰਮੇਸ਼ਨ ਆ ਗਈ ਸੀ ਕਿ ਜਿਹੜਾ ਮਤਲਬ ਦਿੱਲੀ ਦੇ ਸਿੱਖ ਆਗੂ ਆ ਰਹੇ ਨੇ, ਜੇ ਮੈਂ ਪ੍ਰੋਟੈਸਟ ਉੱਥੇ ਕਰਨ ਚੱਲ ਜਾਂਦਾ ਸਾਰਾ ਹੀ ਮੁੱਦਾ ਮੈਨੂਪਲੇਟ ਕਰਕੇ ਭੜਕਾ ਕੇ ਉਧਰਲੇ ਪਾਸੇ ਭੜਕਾ ਕੇ ਤੇ ਮੇਰੇ ਇੱਧਰ ਪ੍ਰੋਟੈਸਟ ਵਾਲੇ ਪਾਸੇ ਆ ਜਾਣਾ ਸੀ। ਇੱਕ ਨੰਬਰ ਉਹ ਮੈਂ ਕਦੀ ਨਹੀਂ ਚਾਹੁੰਦਾ। ਉਹਦਾ ਕਾਰਨ ਇਹ ਆ, ਇਹਨਾਂ ਨੇ ਪ੍ਰੋਟੈਸਟ ਵਾਲੇ ਪਾਸੇ, ਉਹ ਮੀਡੀਆ ਨੇ ਸਾਰਾ ਉਧਰਲੇ ਪਾਸੇ ਘੁੰਮ ਜਾਣਾ ਸੀਗਾ, ਠੀਕ ਹੈ ਜੀ। ਮੈਂ ਉਹ ਕਦੀ ਨਹੀਂ ਚਾਹੁੰਦਾ। ਮੈਨੂੰ ਕਹਿੰਦੇ ਜੀ ਹੁਣ ਮਤਲਬ ਕਿ ਤੁਹਾਡਾ ਨੈਕਸਟ ਸਟੈਪ ਕੀ ਰਹੇਗਾ? ਮੈਂ ਕਿਹਾ ਜੀ 3 ਤੋਂ 4 ਮਹੀਨੇ ਦਾ ਟਾਈਮ ਲਿਆ ਹੈ ਜਥੇਦਾਰ ਸਾਹਿਬ ਨੇ। ਜੇ ਕੌਮ ਦੇ ਹੱਕ 'ਚ ਫੈਸਲਾ ਹੋਏਗਾ ਤੇ ਜਥੇਦਾਰ ਸਾਹਿਬ ਦਾ ਧੰਨਵਾਦ ਕਰਨ ਜਾਵਾਂਗਾ। ਜੇ ਬਾਦਲਾਂ ਦੇ ਹੱਕ 'ਚ ਫੈਸਲਾ ਹੋਵੇਗਾ, ਮਨਿੰਦਰ ਸਿੰਘ ਸਰਸੇ ਦੇ ਹੱਕ 'ਚ ਫੈਸਲਾ ਹੋਵੇਗਾ, ਗਲਤ ਫੈਸਲਾ ਹੋਵੇਗਾ, ਫਿਰ ਉੱਥੇ ਦੁਬਾਰਾ ਪ੍ਰੋਟੈਸਟ ਕਰਾਂਗੇ। ਸੰਧੂ ਸਾਹਿਬ ਸਮਾਂ ਆਪਣੇ ਕੋਲ ਥੋੜਾ ਇੱਕ ਸਵਾਲ ਹੋਰ ਪੁੱਛਣਾ ਚਾਹੂੰਗਾ ਕਿ ਪਿਛਲੇ ਦਿਨੀ ਦਿੱਲੀ ਦੇ ਵਿੱਚ ਕਾਫੀ ਹਾਲਾਤ ਵਿਗੜ ਗਏ ਸੀਗੇ, ਦੰਗੇ ਵਰਗੀ ਸਥਿਤੀ ਜਿਹੜੀ ਆ ਉਹ ਬਣ ਗਈ ਸੀਗੀ। ਮੁਸਲਮਾਨ ਭਰਾ ਜਿਹੜੇ ਆ ਉਹਨਾਂ ਦੇ ਉੱਤੇ ਵੀ ਕਾਫੀ ਅਟੈਕ ਹੋਏ, ਉਹਨਾਂ ਦੀਆਂ ਦੁਕਾਨਾਂ ਸਾੜ ਦਿੱਤੀਆਂ ਗਈਆਂ, ਘਰਾਂ ਦੇ ਵਿੱਚ ਖਾਣ ਵਾਸਤੇ ਕੁਛ ਨਹੀਂ ਸੀ ਕਿਉਂਕਿ ਦੁਕਾਨਾਂ ਤੋਂ ਹੀ ਉਹ ਆਪਣਾ ਕਮਾਉਂਦੇ ਸੀਗੇ, ਖਾਂਦੇ ਸੀਗੇ। ਤੁਹਾਡੀ ਪਾਰਟੀ ਦੇ ਵੱਲੋਂ ਕਿਵੇਂ ਦੀ ਸਹਾਇਤਾ ਜਿਹੜੀ ਉਹਨਾਂ ਤੱਕ ਪਹੁੰਚਾਈ ਗਈ? ਸਰਦਾਰ ਸਾਹਿਬ ਬਹੁਤ ਵਾਜਬ ਸਵਾਲ ਕੀਤਾ ਤੁਸੀਂ।
ਉਦੋਂ ਮੁਸਲਮਾਨ ਭਾਈਚਾਰੇ ਦੇ ਉੱਤੇ ਜਿਹੜੀ ਆ ਉਹ ਇਹ ਸਥਿਤੀ ਬਣੀ ਸੀ ਜੀ। ਤੇ ਸਾਡਾ ਫਰਜ਼ ਹੈ ਜਿਹੜਾ ਸਾਨੂੰ ਗੁਰੂ ਸਾਡੇ ਦੱਸ ਕੇ ਗਏ ਨੇ, ਜੋ ਸਾਡੀ ਮੋਰਲ ਰਿਸਪੌਂਸਿਬਿਲਟੀ ਹੈ ਜੀ। ਅੱਜ ਸਾਂਝੀ ਮਾਨਵਤਾ ਦੇ ਉੱਤੇ ਆਇਆ ਹੈ ਜੀ। ਤੇ ਸਾਡਾ ਪ੍ਰਧਾਨ ਉਹ ਇਹ ਕਹਿ ਰਿਹਾ ਕਿ ਸਾਡੇ ਕੋਲੋਂ ਇੰਨਾ ਰਾਸ਼ਨ ਪਾਣੀ ਦਾ ਪ੍ਰਬੰਧ ਨਹੀਂ ਹੈਗਾ। ਜੀ। ਪਰ ਸਰਦਾਰ ਪਰਮਜੀਤ ਸਿੰਘ ਸਰਨਾਈ ਦੀ ਚੰਗੀ ਸੋਚ ਦਾ ਨਤੀਜਾ ਅਸੀਂ 38,000 ਕਿਲੋ ਜੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਰਾਸ਼ਨ ਉਹ ਪਰਿਵਾਰਾਂ ਨੂੰ ਦਿੱਤਾ ਗਿਆ। ਜੀ ਜੀ 38 ਟਨ ਤੁਸੀਂ ਰਾਸ਼ਨ 38 ਟਨ ਜੀ ਸੰਗਤ ਦੇ ਸਹਿਯੋਗ ਦੇ ਨਾਲ ਜੀ। ਸਾਡੇ ਕੋਲੋਂ ਕੋਈ ਹੋਰ ਨਹੀਂ ਹੈਗਾ, ਸੰਗਤ ਦੇ ਸਹਿਯੋਗ ਦੇ ਨਾਲ। ਇਹ ਤੇ ਦਿੱਲੀ ਕਮੇਟੀ ਦੇ ਵਿੱਚ ਮੌਜੂਦਾ ਬੈਠੇ ਨੇ, ਸਿਰਫ ਤੇ ਸਿਰਫ ਸੰਗਤ ਦੇ ਸਹਿਯੋਗ ਦੇ ਨਾਲ 38,000 ਕਿਲੋ ਰਾਸ਼ਨ ਜਿਹੜਾ ਆ ਉਹ ਉੱਥੋਂ ਦੇ ਪੀੜਤਾਂ ਨੂੰ ਜੀ ਜੀ ਮੁਹੱਈਆ ਕਰਵਾਇਆ ਗਿਆ। ਜੀ ਜੀ। ਸੋ ਸੰਧੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਕੇ ਸਮੁੱਚੀ ਗੱਲਬਾਤ ਜਿਹੜੀ ਆ ਉਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਲ ਤੁਸੀਂ ਸਾਂਝੀ ਕੀਤੀ ਆ। ਸੋ ਪ੍ਰੋਗਰਾਮ ਖਾਸ ਗੱਲਬਾਤ ਦੇ ਵਿੱਚ ਇਹ ਸਨ ਸਾਡੇ ਅੱਜ ਦੇ ਗੈਸਟ ਸਰਦਾਰ ਹਰਜੋਤ ਸਿੰਘ ਸੰਧੂ, ਜਿਨ੍ਹਾਂ ਨੇ ਸਮੁੱਚੀ ਗੱਲਬਾਤ ਜਿਹੜੀ ਆ ਉਹ ਕੀਤੀ ਆ। ਪੰਜਾਬ ਯੂਨਿਟ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਯੂਥ ਆਗੂ ਨੇ। ਸੋ ਇਹਨਾਂ ਨਾਲ ਅੱਜ ਦੀ ਗੱਲਬਾਤ ਜਿਹੜੀ ਹੋਈ, ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਇੱਥੇ ਸਮਾਪਤ ਹੁੰਦਾ ਹੈ। ਆਗਿਆ ਚਾਹਾਂਗੇ, ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।